ਪਾਈਏ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਸ਼ਬਦ ਦੇ ਰਾਹੀਂ ਮਨੁੱਖ ਮਾਤਰ ਨੂੰ ਸਮਝਾ ਰਹੇ ਨੇ ਵੀ ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਰਾਧਨ ਕਰ ਜਿਸ ਨੇ ਸਮੁੱਚਾ ਸੰਸਾਰ ਬਣਾਇਆ ਹੈ, ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਜਿਨ੍ਹਾਂ ਸਾਰੇ ਜੀਵ ਪੈਦਾ ਕੀਤੇ ਨੇ ਤੇ ਸਾਰਿਆਂ ਦੀ ਪਾਲਣਾ ਜੋ ਕਰ ਰਿਹਾ ਹੈ, ਉਸੇ ਮਾਲਕ ਦੀ ਆਰਾਧਨਾ ਕਰ, ਉਸੇ ਮਾਲਕ ਨੂੰ ਸਿਮਰ। ਰਹਾਉ ਦੇ ਪਾਵਨ ਪਵਿੱਤਰ ਬੰਦ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਕਰਨੈ ਹਾਰਾ ਬੂਝੋ ਰੇ। ਉਸ ਸਿਰਜਣਹਾਰ ਪਰਮਾਤਮਾ ਨੂੰ ਸਿਮਰ, ਉਹਦੇ ਨਾਲ ਸਾਂਝ ਪਾ, ਉਹਦੇ ਨਾਲ ਜੁੜ। ਪਰ ਇਹ ਗੱਲ ਉਸ ਇਨਸਾਨ ਨੂੰ ਸਮਝ ਆਉਂਦੀ ਹੈ ਵੀ ਇਸ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਿਰਜਣ ਵਾਲਾ, ਰਿਜ਼ਕ ਦੇਣ ਵਾਲਾ ਪਰਮਾਤਮਾ ਹੈ, ਜਿਹਦੇ ਕੋਲ ਪੂਰੇ ਗੁਰੂ ਦਾ ਗਿਆਨ ਹੈ। ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਗੁਰੂ ਜੀ, ਸਤਿਗੁਰ ਮਿਲੇ ਤਾਂ ਸੂਝੈ ਰੇ। ਵੀ ਸਿਰਜਣਹਾਰ ਪ੍ਰਭੂ ਨੂੰ ਸਿਮਰਨਾ ਹੈ, ਉਹਦੇ ਨਾਲ ਸਾਂਝ ਪਾਉਣੀ ਹੈ। ਉਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਨੂੰ ਰਿਜ਼ਕ ਦੇ ਰਿਹਾ ਹੈ, ਉਹਨੂੰ ਹੀ ਸਿਮਰਨਾ ਹੈ, ਉਹਦੇ ਨਾਲ ਹੀ ਜੁੜਨਾ ਹੈ। ਇਹ ਗੱਲ ਗੁਰੂ ਦੇ ਰਾਹੀਂ ਸਮਝ ਆਉਂਦੀ ਹੈ। ਕਰਨੈ ਹਾਰਾ ਬੂਝੋ ਰੇ, ਸਤਿਗੁਰ ਮਿਲੈ ਤਾਂ ਸੂਝੈ ਰੇ। ਸਤਿਗੁਰ ਮਿਲ ਪਵੇ ਤਾਂ ਸੋਝੀ ਹੁੰਦੀ ਹੈ ਵੀ ਅਸੀਂ ਉਸ ਪਰਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਹੈ, ਕਿਉਂਕਿ ਜਗਤ ਦਾ ਮੂਲ ਉਹ ਪਰਮਾਤਮਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ, ਉਹਦੇ ਹੁਕਮ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ, ਇਹ ਜੀਵ ਬਣੇ, ਇਹ ਸ੍ਰਿਸ਼ਟੀ ਬਣੀ ਤੇ ਉਹ ਜੀਵਾਂ ਨੂੰ ਪਾਲ ਰਿਹਾ ਹੈ। ਜੇ ਆਤਮਿਕ ਸੁੱਖ ਲੈਣਾ ਹੈ, ਜੇ ਆਤਮਿਕ ਜੀਵਨ ਸਫਲ ਕਰਨਾ ਹੈ, ਤੇ ਫਿਰ ਉਸ ਪਰਮ ਪਰਮੇਸ਼ਵਰ ਪਰਮਾਤਮਾ ਨੂੰ ਆਰਾਧਿਆ ਜਾਏ। ਜਦੋਂ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਆਪਾਂ ਕਰਦੇ ਹਾਂ, ਕੁਝ ਕੁ ਸਵਾਲ ਮਨੁੱਖ ਦੇ ਆਪਣੇ ਅੰਦਰ ਜਨਮ ਲੈਂਦੇ ਨੇ ਵੀ ਸ੍ਰਿਸ਼ਟੀ ਦੀ ਰਚਨਾ ਕਿਹਨੇ ਕੀਤੀ ਤੇ ਕਦੋਂ ਹੋਈ? ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਕੁਝ ਸੀ? ਇਹ ਕੁਝ ਕੁ ਸਵਾਲ ਮਨੁੱਖ ਦੇ ਅੰਦਰ ਜਨਮ ਲੈਂਦੇ ਨੇ। ਪਹਿਲਾਂ ਤੇ ਇਹ ਸਵਾਲ ਆਪਾਂ ਪੁੱਛੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੀ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਕੁਝ ਸੀ? ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਧਰਤੀ, ਆਕਾਸ਼, ਚੰਦ, ਤਾਰੇ, ਇਹ ਪਾਣੀ, ਇਹ ਜੀਵ ਨਹੀਂ ਸੀ ਜਦੋਂ ਬਣੇ, ਵਨਸਪਤੀ ਨਹੀਂ ਸੀ ਜਦੋਂ ਬਣੀ, ਉਦੋਂ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਸੀ? ਮਾਲਕ ਕਿੱਥੇ ਬੈਠਾ ਸੀ? ਜੇ ਮੰਨਿਆ ਜਾਏ ਵੀ ਮਾਲਕ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਾਜਣ ਵਾਲਾ ਹੈ, ਤੇ ਉਹ ਕਿੱਥੇ ਰਹਿ ਰਿਹਾ ਸੀ? ਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਸਤਿਗੁਰੂ ਜੀ ਕਹਿੰਦੇ, ਸੁਨ ਕਲਾ ਅਪਰੰਪਰ ਧਾਰੀ। ਕਹਿੰਦੇ ਨੇ ਉਹ ਪਰਮਾਤਮਾ ਜੋ ਪਰੇ ਤੋਂ ਪਰੇ ਹੈ। ਕਹਿੰਦੇ ਨੇ ਉਹ ਨਿਰੋਲ ਆਪ ਹੀ ਆਪ ਸੀ ਉਦੋਂ। ਉਸਨੇ ਆਪਣੀ ਤਾਕਤ ਆਪ ਹੀ ਆਪਣੇ ਅੰਦਰ ਸਮੋਈ ਰੱਖੀ ਸੀ। ਉਹ ਸੁੰਨ ਰੂਪ ਹੋ ਕੇ ਬੈਠਾ ਸੀ। ਸੁੰਨ ਦਾ ਅਰਥ ਹੁੰਦਾ ਵੀ ਕੋਈ ਫੁਰਨ ਨਹੀਂ। ਅਫੁਰ ਅਵਸਥਾ ਵਿੱਚ ਮਾਲਕ ਵਾਹਿਗੁਰੂ ਜੀ ਟਿਕਿਆ ਹੋਇਆ ਸੀ, ਬੈਠਾ ਹੋਇਆ ਸੀ। ਆਪਾਂ ਹੋਰ ਵੀ ਜਗ੍ਹਾ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਆਪਣਾ ਆਪ ਉਪਾਇਓ ਨ ਤਦੋ ਹੋਰ ਨਾ ਕੋਈ, ਮਤਾ ਮਸੂਰਤ ਆਪ ਕਰੇ
ਜੋ ਕਰੇ ਸੋ ਹੋਈ। ਤਦੋਂ ਆਪੇ ਆਪ ਨਿਰੰਕਾਰ ਹੈ, ਤਿਸ ਬਿਨ ਅਵਰ ਨਾ ਕੋਈ। ਤਦੋਂ ਨਾ ਆਕਾਸ਼ ਨਾ ਪਾਤਾਲ ਹੈ, ਨਾ ਤ੍ਰੈ ਲੋਈ। ਵੀ ਉਦੋਂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਨ। ਨਾ ਆਕਾਸ਼ ਸੀ, ਨਾ ਪਾਤਾਲ ਸੀ, ਨਾ ਤ੍ਰੇ ਗੁਣੀ ਸੰਸਾਰ ਸੀ, ਕੁਝ ਵੀ ਨਹੀਂ ਸੀ। ਆਪ ਹੀ ਆਪ ਸੁੰਨ ਅਵਸਥਾ ਦੇ ਵਿੱਚ, ਅਫੁਰ ਅਵਸਥਾ ਦੇ ਵਿੱਚ ਉਹ ਟਿਕਿਆ ਹੋਇਆ ਸੀ। ਕਹਿੰਦੇ ਸੁੰਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਉਹ ਅਪਰ ਤੇ ਅਪਾਰ ਬੇਅੰਤ ਪ੍ਰਭੂ ਆਪਣੇ ਸਹਾਰੇ ਨਾਲ ਹੀ ਟਿਕਿਆ ਹੋਇਆ ਸੀ, ਉਹਨੂੰ ਕਿਸੇ ਦਾ ਸਹਾਰਾ ਨਹੀਂ। ਇਹ ਵੀ ਗੱਲ, ਇਹ ਵੀ ਸਵਾਲ ਆਪਣੇ ਮਨ ਦੇ ਅੰਦਰ ਜਨਮ ਲੈ ਸਕਦਾ ਵੀ ਉਹ ਕਿਹਦੇ ਸਹਾਰੇ ਤੇ ਟਿਕਿਆ ਸੀ। ਕੋਈ ਸਹਾਰਾ ਸੀ ਉਹਨੂੰ? ਗੁਰੂ ਜੀ ਕਹਿੰਦੇ ਉਹਨੂੰ ਕੋਈ ਸਹਾਰਾ ਨਹੀਂ। ਉਹ ਸਾਰੇ ਜਗਤ ਦਾ ਸਹਾਰਾ ਹੈ, ਉਹਦਾ ਨਾਮ ਸਾਰੇ ਜਗਤ ਦਾ ਸਹਾਰਾ ਹੈ। ਪਰ ਪਰਮਾਤਮਾ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਕਿਉਂਕਿ ਸਰਬ ਕਲਾ ਸੰਪੂਰਨ ਹੈ ਪਰਮਾਤਮਾ, ਸਰਬ ਸ਼ਕਤੀਮਾਨ ਹੈ ਪਰਮਾਤਮਾ। ਉਹ ਆਪਣੇ ਆਪ ਦੇ ਵਿੱਚ ਪੂਰਾ ਹੈ। ਅਧੂਰੇ ਬੰਦੇ ਨੂੰ ਸਹਾਰਾ ਲੈਣ ਦੀ ਲੋੜ ਪੈਂਦੀ ਹੈ, ਉਸ ਨੂੰ ਕੋਈ ਸਹਾਰੇ ਦੀ ਲੋੜ ਨਹੀਂ। ਉਹ ਪੂਰਾ ਹੈ ਆਪਣੇ ਆਪ ਦੇ ਵਿੱਚ। ਉਹ ਤੇ ਕਿਸੇ ਕੋਲ ਸਲਾਹ ਮਸ਼ਵਰਾ ਵੀ ਨਹੀਂ ਲੈਂਦਾ। ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਏਡੀ ਵੱਡੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਸਾਜੀ, ਕਿਸੇ ਕੋਲ ਸਲਾਹ ਨਹੀਂ ਲਈ ਉਸਨੇ। ਕਿਉਂਕਿ ਸਲਾਹ ਬੰਦਾ ਕਦੋਂ ਲੈਂਦਾ ਹੈ? ਜਦੋਂ ਆਪਣੀ ਮੱਤ ਉੱਤੇ ਉਹਨੂੰ ਨਾ ਭਰੋਸਾ ਹੋਵੇ। ਚਲੋ ਭਾਵੇਂ ਬਹੁਤ ਬਰੀਕ ਅਕਲ ਵਾਲਾ ਵੀ ਹੋਵੇ, ਤਾਂ ਵੀ ਕਹਿੰਦਾ ਮੈਂ ਸਿਆਣਿਆਂ ਤੋਂ ਸਲਾਹ ਲੈ ਲਵਾਂ, ਕਿਤੇ ਇਹ ਕੰਮ ਵਿਗੜ ਨਾ ਜਾਏ। ਆਹ ਚੀਜ਼ ਜੋ ਮੈਂ ਬਣਾਉਣ ਲੱਗਾ ਵਾਂ, ਫਿਰ ਵੀ ਮੈਂ ਜਿਨ੍ਹਾਂ ਨੂੰ ਮੈਂ ਆਪਣੇ ਤੋਂ ਸਿਆਣਾ ਸਮਝਦਾ ਵਾਂ, ਉਹਨਾਂ ਤੋਂ ਸਲਾਹ ਲੈ ਲਵਾਂ। ਸਲਾਹ ਲਈ ਵੀ ਆਪਣੇ ਤੋਂ ਸਿਆਣਿਆਂ ਤੋਂ ਜਾਈਦੀ ਹੈ। ਜਿਹੜੇ ਆਪਣੇ ਤੋਂ ਅਕਲ ਵਿੱਚ ਵੱਡੇ ਨੇ, ਬੁੱਧੀਮਾਨ ਨੇ, ਬਰੀਕ ਅਕਲ ਵਾਲੇ ਨੇ, ਉਹਨਾਂ ਕੋਲ ਸਲਾਹ ਲਈ ਜਾਂਦੀ ਹੈ। ਮੰਦ ਬੁੱਧੀਆਂ ਕੋਲ ਥੋੜੀ ਸਲਾਹ ਲਈ ਜਾਂਦੀ ਹੈ, ਸਿਆਣਿਆਂ ਕੋਲ ਸਲਾਹ ਲਈ ਜਾਂਦੀ ਹੈ। ਤੇ ਰੱਬ ਜੀ ਤੋਂ ਵੱਡਾ ਸਿਆਣਾ ਕੌਣ ਹੈ? ਰੱਬ ਜੀ ਤੋਂ ਵੱਡਾ ਬੁੱਧੀਵਾਨ ਕੌਣ ਹੈ? ਉਸ ਤੋਂ ਵੱਡਾ ਸਿਆਣਾ ਤੇ ਕੋਈ ਹੈ ਹੀ ਨਹੀਂ। ਉਹਦੇ ਬਰਾਬਰ ਦਾ ਵੀ ਕੋਈ ਨਜ਼ਰ ਨਹੀਂ ਆਉਂਦਾ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਦੂਸਰ ਹੈ ਹੀ ਨਹੀਂ, ਤਾਂ ਮੈਂ ਉਹਦੀ ਸਿਆਣਪ ਦੇ ਉੱਤੇ ਕੋਈ ਸ਼ੱਕ ਕਰਾਂ, ਮੈਂ ਉਹਦੀ ਤਾਕਤ ਦੇ ਉੱਤੇ ਕੋਈ ਸ਼ੱਕ ਕਰਾਂ, ਮੈਂ ਉਹਦੇ ਸੁਭਾਪਣ ਦੇ ਉੱਪਰ ਕੋਈ ਸ਼ੱਕ ਕਰਾਂ, ਤਾਂ ਸ਼ੱਕ ਕਰਾਂ ਜੇ ਉਹਦੇ ਬਰਾਬਰ ਦਾ ਮੈਨੂੰ ਕੋਈ ਨਜ਼ਰ ਆਵੇ, ਕੋਈ ਦਿਸੇ। ਮੈਨੂੰ ਨਜ਼ਰ ਹੀ ਨਹੀਂ ਆਉਂਦਾ, ਹੈ ਹੀ ਨਹੀਂ ਉਹਦੇ ਵਰਗਾ ਕੋਈ। ਤੇ ਏਡੀ ਵੱਡੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਬਣਾਈ ਹੈ, ਕਿਸੇ ਤੋਂ ਸਲਾਹ ਨਹੀਂ ਲਈ ਉਸਨੇ। ਨਾ ਉਹ ਸ੍ਰਿਸ਼ਟੀ ਬਣਾਉਣ ਲੱਗਿਆਂ ਸਲਾਹ ਲੈਂਦਾ ਹੈ, ਤੇ ਨਾ ਕਿਸੇ ਦੀ ਝੋਲੀ ਵਿੱਚ ਜਦੋਂ ਦਾਤ ਪੈਂਦਾ ਉਦੋਂ ਸਲਾਹ ਲੈਂਦਾ ਹੈ। ਆਪਾਂ ਪੜ੍ਹਦੇ ਹਾਂ ਨਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੇ ਪੇਖਾਰੀ ਜੀਓ। ਇੱਕ ਹੋਰ ਸ਼ਬਦ ਆਉਂਦਾ ਹੈ, ਹਮ ਭੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਨਿਜ ਪਤ ਦਾ ਅਰਥ ਹੁੰਦਾ ਵੀ ਆਪਣੇ ਮਨ ਤੋਂ ਆਪ ਹੀ ਉਹ ਕਿਸੇ ਦੀ ਝੋਲੀ ਵਿੱਚ ਜੋ ਪਾਉਂਦਾ ਹੈ, ਸੋਚ ਸਮਝ ਕੇ ਆਪ ਪਾਉਂਦਾ ਹੈ। ਕਿਸੇ ਦੀ ਝੋਲੀ ਵਿੱਚ ਕੁਝ ਪਾਉਣ ਲੱਗਿਆਂ ਸਲਾਹ ਨਹੀਂ ਕਿਸੇ ਕੋਲ ਲੈਂਦਾ। ਆਪਾਂ ਚੀਜ਼ ਕੋਈ ਬਣਾਉਣੀ ਹੋਵੇ, ਕੋਈ ਕੰਮ ਕਰਨਾ ਹੋਵੇ, ਕਈ ਵਾਰੀ ਸਲਾਹ ਲੈਂਦੇ ਆ। ਜਾਂ ਕਿਸੇ ਦੀ ਝੋਲੀ ਵਿੱਚ ਕੁਝ ਪਾਉਣਾ ਹੋਵੇ, ਕੁਝ ਦੇਣਾ ਹੋਵੇ, ਤਾਂ ਵੀ ਸਲਾਹ ਲੈਂਦਾ ਹੈ ਬੰਦਾ। ਪਤਨੀ ਕੋਲ ਵੀ ਦੇ ਦਿਆਂ, ਮਾਂ ਕੋਲ ਸਲਾਹ ਲੈਂਦਾ, ਕਈ ਵਾਰੀ ਪਿਤਾ ਕੋਲ ਸਲਾਹ ਲੈਂਦਾ, ਇਹਦੀ ਝੋਲੀ ਵਿੱਚ ਕੁਝ ਪਾ ਦਿਆਂ, ਦੇ ਦੇਣਾ ਚਾਹੀਦਾ ਕਿ ਨਹੀਂ। ਪਿਤਾ ਜੀ ਅਗਰਾਈ ਲੈਣ ਵਾਸਤੇ ਸੇਵਾਦਾਰ ਆਏ ਨੇ, ਦਿਆਂ ਕਿ ਨਾ ਦਿਆਂ, ਸਲਾਹ ਲੈਂਦਾ। ਪਰ ਰੱਬ ਜੀ ਨਾ ਦੇਣ ਲੱਗਿਆਂ ਸਲਾਹ ਲੈਂਦਾ ਹੈ, ਤੇ ਨਾ ਹੀ ਸ੍ਰਿਸ਼ਟੀ ਨੂੰ ਬਣਾਉਣ ਲੱਗਿਆਂ ਸਲਾਹ ਲੈਂਦਾ, ਕਿਉਂਕਿ ਆਪਣੇ ਆਪ ਦੇ ਵਿੱਚ ਉਹ ਪੂਰਾ ਹੈ। ਤੇ ਗੁਰੂ ਪਾਤਸ਼ਾਹ ਜੀ ਉਹਦੀ ਵਡਿਆਈ ਕਰਦੇ ਹੋਏ ਕਹਿ ਰਹੇ ਨੇ, ਆਪ ਨਿਰਾਲਮ ਅਪਰ ਅਪਾਰੀ। ਉਹਨੂੰ ਕਿਸੇ ਹੋਰ ਆਸਰੇ ਦੀ ਲੋੜ ਹੀ ਨਹੀਂ। ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਉਪਾਇੰਦਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ
ਆਪਣੇ ਆਪ ਤੋਂ ਹੀ ਕੁਦਰਤ ਨੂੰ ਸਾਜਿਆ। ਸੁਨੋ ਸੁਨ ਉਪਾਇੰਦਾ, ਸੁਨ ਮਾਨੇ ਪ੍ਰਮਾਤਮਾ ਅਫੁਰ ਅਵਸਥਾ ਦੇ ਵਿੱਚੋਂ ਟਿਕਿਆ ਹੋਇਆ ਸੀ। ਉਸੇ ਅਵਸਥਾ ਤੋਂ ਉਸ ਮਾਲਕ ਨੇ ਸ੍ਰਿਸ਼ਟੀ ਨੂੰ ਬਣਾਇਆ, ਆਪਣੇ ਆਪ ਤੋਂ ਬਣਾਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਉਹਨੇ ਫਿਰ ਕੁਦਰਤ ਨੂੰ ਸਾਜਿਆ, ਬਣਾਇਆ, ਤੇ ਕੁਦਰਤ ਨੂੰ ਸਾਜ ਕੇ ਸਾਰੀ ਕੁਦਰਤ ਨੂੰ ਵੇਖ ਰਿਹਾ ਹੈ, ਜਗਤ ਤਮਾਸ਼ਾ ਰਚ ਕੇ ਵੇਖ ਰਿਹਾ ਹੈ, ਕੌਤਕ। ਤੇ ਇੱਥੇ ਵੀ ਗੁਰੂ ਮਹਾਰਾਜ ਜੀ ਕਹਿ ਰਹੇ ਨੇ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਦੇਖੇ, ਸੁਨੋ ਸੁਨ ਉਪਾਇੰਦਾ। ਆਪ ਹੀ ਉਹਨੇ ਕੁਦਰਤ ਨੂੰ ਬਣਾਇਆ ਤੇ ਕੁਦਰਤ ਦੇ ਕੌਤਕਾਂ ਨੂੰ ਰਚ ਕੇ ਵੇਖਦਾ ਪਿਆ। ਫਿਰ ਕਹਿੰਦੇ, ਪੌਣ ਪਾਣੀ ਸੁਨੇ ਤੇ ਸਾਜੇ, ਹਵਾ ਪਾਣੀ ਇਹ ਜਿਹੜੇ ਤੱਤ ਨੇ ਆਪਣੇ ਆਪੇ ਤੋਂ ਉਸ ਮਾਲਕ ਨੇ ਬਣਾਏ ਨੇ। ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ, ਸ੍ਰਿਸ਼ਟੀ ਪੈਦਾ ਕਰਕੇ ਉਸ ਮਾਲਕ ਨੇ ਸਰੀਰ ਰੂਪੀ ਕਿਲਿਆਂ ਨੂੰ ਥਾਪ ਦਿੱਤਾ, ਬਣਾ ਦਿੱਤਾ। ਇੱਥੇ ਮਨੁੱਖਾਂ ਦੇ ਸਰੀਰ ਨੇ, ਪਸ਼ੂਆਂ ਦੇ ਸਰੀਰ ਨੇ, ਪੰਛੀਆਂ ਦੇ ਆਪਣੇ ਸਰੀਰ ਨੇ। ਉਸ ਮਾਲਕ ਨੇ ਸਰੀਰ ਰੂਪੀ ਕਿਲੇ ਬਣਾ ਦਿੱਤੇ। ਅਗਨ ਪਾਣੀ ਜੀਓ ਜੋਤ ਤੁਮਾਰੀ, ਸੁਨੇ ਕਲਾ ਰਹਾਇੰਦਾ। ਕਹਿੰਦੇ ਨੇ ਅੱਗ ਪਾਣੀ ਇਹਨਾਂ ਦੇ ਨਾਲ ਸਰੀਰ ਦੀ ਰਚਨਾ ਕਰਕੇ ਇਹਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ, ਜੋਤ ਰੂਪ ਹੋ ਕੇ ਬਹਿ ਗਿਆ ਜੀਵਾਂ ਦੇ ਅੰਦਰ। ਫਿਰ ਕਹਿੰਦੇ ਨੇ, ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ। ਲੋਕ ਕਹਿੰਦੇ ਆ ਨਾ ਜੀ, ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਬ੍ਰਹਮਾ ਜੀ ਨੂੰ ਤੇ ਖੁਦ ਮਾਲਕ ਪੈਦਾ ਕਰਨ ਵਾਲਾ ਹੈ। ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਇਹ ਵੱਡੇ ਦੇਵਤੇ ਜਿਨ੍ਹਾਂ ਨੂੰ ਲੋਕ ਸ਼ਕਤੀ ਦੇ ਪੁੰਜ ਸਮਝ ਕੇ ਇਹਨਾਂ ਦੀ ਆਰਾਧਨਾ ਕਰਦੇ ਆ, ਪਰ ਇਹ ਤੇ ਖੁਦ ਉਸ ਪਰਮਾਤਮਾ ਦੇ ਬਣਾਏ ਹੋਏ ਨੇ, ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ। ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ। ਤੇ ਕਹਿੰਦੇ ਨੇ ਕਿ ਸੁਨੇ ਵਰਤੇ ਯੁਗ ਸੁਭਾਏ। ਕਿਤਨੇ ਹੀ ਯੁਗ ਪਰਮਾਤਮਾ ਜਿਹੜਾ ਹੈ ਸੁਨ ਅਵਸਥਾ ਦੇ ਵਿੱਚ ਬੈਠਾ ਰਿਹਾ, ਕੋਈ ਫੁਰਨਾ ਹੀ ਨਹੀਂ ਉਹਨੇ ਕੀਤਾ ਵੀ ਮੈਂ ਸ੍ਰਿਸ਼ਟੀ ਨੂੰ ਬਣਾਵਾਂ, ਸ੍ਰਿਸ਼ਟੀ ਨੂੰ ਸਾਜਾਂ। ਇਸ ਪਦ ਵਿਚਾਰੇ ਸੋ ਜਨ ਪੂਰਾ, ਭਰਮੇ ਭਰਮ ਚੁਕਾਏਂਦਾ। ਇਸ ਗਿਆਨ ਵਾਲੀ ਗੱਲ ਨੂੰ ਜਿਹੜਾ ਸਮਝ ਲਵੇ ਵੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਨੂੰ ਵੀ ਬਣਾਉਣ ਵਾਲਾ ਪਰਮਾਤਮਾ ਹੈ, ਹਵਾ ਪਾਣੀ ਅੱਗ ਧਰਤੀ ਆਕਾਸ਼ ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਉਹ ਭਟਕੇਗਾ ਨਹੀਂ ਧਰਮ ਦੇ ਨਾਮ ਤੇ। ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਰਾਧਨ ਕਰੇਗਾ। ਤੇ ਅੱਜ ਦੇ ਇਸ ਪਾਵਨ ਮੁਬਾਰਕ ਬਚਨ ਦੇ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ, ਕਰਨੇ ਹਾਰਾ ਬੂਝੋਰੇ। ਦੋ ਸਵਾਲਾਂ ਦੇ ਜਵਾਬ ਤੇ ਮਿਲ ਗਏ ਵੀ ਕੁਦਰਤ ਦੀ ਰਚਨਾ ਤੋਂ ਪਹਿਲਾਂ ਕੀ ਸੀ, ਉਹ ਸੁੰਨ ਅਵਸਥਾ ਵਿੱਚ ਬੈਠਾ ਹੋਇਆ ਸੀ। ਫਿਰ ਉਸੇ ਸੁੰਨ ਤੋਂ ਭਾਵ ਅਫੁਰ ਅਵਸਥਾ ਉਸ ਪਰਮਾਤਮਾ ਤੋਂ ਸਾਰੀ ਸ੍ਰਿਸ਼ਟੀ ਬਣੀ। ਫਿਰ ਕਦੋਂ ਬਣੀ, ਇਹ ਵੀ ਸਵਾਲ ਹੈ, ਉਹਦਾ ਵੀ ਜਵਾਬ ਮੇਰੇ ਗੁਰੂ ਜੀ ਨੇ। ਆਪਾਂ ਰੋਜ਼ਾਨਾ ਅੰਮ੍ਰਿਤਮਈ ਰੱਬੀ ਬਾਣੀ ਪੜ੍ਹਦੇ ਹਾਂ ਵੀ ਸ੍ਰਿਸ਼ਟੀ ਕਦੋਂ ਬਣੀ। ਗੁਰੂ ਮਹਾਰਾਜ ਜੀ ਕਹਿੰਦੇ ਆ ਨਾ, ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਵੀ ਕੋਈ ਨਹੀਂ ਜਾਣਦਾ ਕਿ ਕਿਹੜੀ ਥਿਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਸਾਲ ਸੀ, ਕੋਈ ਨਹੀਂ ਜਾਣਦਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਜੇ ਪੰਡਤ ਬੜੇ ਬੜੇ ਵੱਡੇ ਵਿਦਵਾਨ ਪੰਡਤ ਹੋਏ ਨੇ ਜਦੋਂ ਦੀ ਧਰਤੀ ਬਣੀ ਹੈ, ਜੇ ਪਤਾ ਹੁੰਦਾ ਵੀ ਸ੍ਰਿਸ਼ਟੀ ਇਸ ਦਿਨ ਬਣੀ ਹੈ ਤੇ ਪੁਰਾਣਾ ਵਿੱਚ ਲਿਖ ਜਾਣਾ ਸੀ ਉਹਨਾਂ ਨੇ। ਕਹਿੰਦੇ ਵੇਦ ਸਭ ਤੋਂ ਪੁਰਾਣੇ ਨੇ, ਫਿਰ ਤਾਂ ਲਿਖਿਆ ਹੋਣਾ ਸੀ ਕਿਤੇ ਨਾ ਕਿਤੇ। ਜੋਗੀ ਵੀ, ਇਹ ਵੀ ਬੜਾ ਪੁਰਾਣਾ ਮਜ਼ਹਬ ਹੈ, ਪੰਥ ਹੈ, ਉਹਨਾਂ ਨੇ ਵੀ ਕਿਸੇ ਨਾ ਕਿਸੇ ਆਗੂ ਨੇ ਲਿਖ ਜਾਣਾ ਸੀ, ਤੇ ਕਾਜ਼ੀਆਂ ਨੇ ਵੀ ਲਿਖ ਜਾਣਾ ਸੀ, ਪਰ ਕਿਸੇ ਨੂੰ ਨਹੀਂ ਪਤਾ ਵੀ ਸ੍ਰਿਸ਼ਟੀ ਕਦੋਂ ਬਣੀ, ਕਿਹੜੀ ਤਰੀਕ ਨੂੰ ਬਣੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ।
ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਜਿਸਨੇ ਸਾਜੀ ਹੈ ਉਹ ਆਪ ਹੀ ਜਾਣਦਾ ਹੈ। ਚਲੋ ਸ੍ਰਿਸ਼ਟੀ ਨੂੰ ਛੱਡੋ ਪਰਾਂ ਵੀ ਕਦੋਂ ਬਣੀ, ਕਿਹੜੀ ਤਰੀਕ ਨੂੰ ਬਣੀ। ਜਦੋਂ ਬੱਚਾ ਅਸੀਂ ਜਦੋਂ ਮਾਤਾ ਦੇ ਗਰਭ ਦੇ ਵਿੱਚ ਆਪਾਂ ਆ ਕਰਕੇ ਜਦੋਂ ਨਿਵਾਸ ਕੀਤਾ ਸੀ, ਜਿੱਦਣ ਸਾਡੀ ਹੋਂਦ ਬਣਤਰ ਬਣਨੀ ਸ਼ੁਰੂ ਹੋਈ ਸੀ, ਕੋਈ ਡਾਕਟਰ ਨਹੀਂ ਮਾਈ ਕਾ ਲੜ ਦੱਸ ਸਕਦਾ। ਪਿਤਾ ਕਾ ਜਨਮ ਕੇ ਜਾਣੇ ਪੂਤ, ਉਹ ਉਦਣ ਦੀ ਡੇਟ ਦੱਸਦਾ ਜਿਸ ਦਿਨ ਬੱਚਾ ਸੰਸਾਰ ਦੇ ਵਿੱਚ ਆਉਂਦਾ। ਪਰ ਉਸ ਤੋਂ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਉਹ ਛੋਟਾ ਜਿਹਾ ਅਣੂ, ਉਹ ਜਿੰਦਾ ਅਣੂ ਕਦੋਂ ਆ ਕੇ ਟਿਕਿਆ, ਕਿਸ ਦਿਨ ਤੋਂ ਉਹਦਾ ਵਿਕਾਸ ਹੋਣਾ ਸ਼ੁਰੂ ਹੋਇਆ। ਗੁਰੂ ਤੇ ਉਸ ਦਿਨ ਤੋਂ ਉਹਦਾ ਜਨਮ ਬਣਦਾ। ਮਾਤਾ ਦੇ ਗਰਭ ਦੇ ਵਿੱਚੋਂ ਦਾ ਜਨਮ ਮੰਨਿਆ ਜਾਂਦਾ ਬੱਚੇ ਦਾ, ਜੀਵ ਦਾ। ਇਹ ਨਹੀਂ ਬੰਦਾ ਦੱਸ ਸਕਦਾ। ਏਡੀ ਵੱਡੀ ਸ੍ਰਿਸ਼ਟੀ ਦੇ ਬਾਰੇ ਦੱਸਣਾ ਤੇ ਬਹੁਤ ਮੁਸ਼ਕਲ ਜੀ ਗੱਲ ਹੈ। ਸੋ ਤਿੰਨੇ ਸਵਾਲਾਂ ਦੇ ਜਵਾਬ ਮਿਲ ਗਏ ਵੀ ਸ੍ਰਿਸ਼ਟੀ ਦੀ ਰਚਨਾ ਉਸ ਮਾਲਕ ਨੇ ਕੀਤੀ, ਆਪਣੇ ਆਪੇ ਤੋਂ ਸ੍ਰਿਸ਼ਟੀ ਬਣਾਈ। ਕਦੋਂ ਬਣਾਈ ਇਹ ਉਹ ਆਪ ਜਾਣਦਾ, ਅਸੀਂ ਨਹੀਂ ਦੱਸ ਸਕਦੇ। ਤੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਚਾਹੀਦਾ, ਨਾ ਕਿ ਉਹਦੀ ਪੈਦਾ ਕੀਤੀ ਹੋਈ ਬਣਾਈ ਹੋਈ ਕੁਦਰਤ ਦੀ ਪੂਜਾ। ਕੁਦਰਤ ਨੂੰ ਖੂਬਸੂਰਤ ਰੱਖਣ ਦਾ ਯਤਨ ਕਰਨਾ ਹੈ, ਵਨਸਪਤੀ ਦੀ ਸੰਭਾਲ ਕਰਨੀ ਹੈ, ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਹੈ, ਪਰ ਕੁਦਰਤ ਦੀ ਪੂਜਾ ਨਹੀਂ ਕਰਨੀ, ਕਰਤੇ ਦੀ ਪੂਜਾ ਕਰਨੀ ਹੈ। ਪਰ ਸਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਪੂਜਾ ਜਿਹੜੀ ਹੈ ਕੁਦਰਤ ਦੀ ਹੋ ਰਹੀ ਹੈ। ਕਰਤੇ ਦੇ ਬਾਰੇ ਤੇ ਕੋਈ ਮਨੁੱਖਤਾ ਨੂੰ ਸੂਝ ਹੀ ਕੋਈ ਨਹੀਂ ਹੈਗੀ। ਚੰਦ ਸੂਰਜ ਤਾਰਿਆਂ ਦੀ ਪੂਜਾ ਕਰਨ ਵਾਲਿਆਂ ਨੂੰ ਬਾਬਾ ਕਬੀਰ ਸਾਹਿਬ ਜੀ ਨੇ ਸਵਾਲ ਕੀਤਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਵੀਰ ਨੂੰ, ਓਏ ਜੋ ਦਿਸੈ ਅੰਬਰ ਤਾਰੇ, ਕਿਨੋਏ ਚੀਤੇ ਚੀਤਨ ਹਾਰੇ। ਵੀ ਆ ਜੋ ਆਕਾਸ਼ ਤੇ ਉਹਦੇ ਵਿੱਚ ਟਿਮਟਮਾਉਂਦੇ ਤਾਰੇ ਨਜ਼ਰ ਆ ਰਹੇ ਨੇ, ਚੰਦਰਮਾ ਨਜ਼ਰ ਆ ਰਿਹਾ, ਤੂੰ ਇਹਨਾਂ ਦੀ ਪੂਜਾ ਤਾਂ ਕਰ ਰਿਹਾ, ਪਰ ਇਹਨਾਂ ਨੂੰ ਬਣਾਉਣ ਵਾਲਾ, ਇਹਨਾਂ ਦੇ ਪਿੱਛੇ ਇਹਨਾਂ ਨੂੰ ਰੌਸ਼ਨੀ ਦੇਣ ਵਾਲਾ, ਤਾਕਤ ਦੇਣ ਵਾਲਾ ਕੌਣ? ਇੱਕ ਦੇ ਵਿਚਾਰ ਕੀਤਾ ਹੀ। ਓਏ ਜੋ ਦਿਸੈ ਅੰਬਰ ਤਾਰੇ, ਕਿਨੋਏ ਚੀਤੇ ਚੀਤਨ ਆਰੇ, ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ, ਬੂਝੇ ਬੂਝਨ ਹਾਰ ਸੁਭਾਗਾ। ਇਹ ਆਕਾਸ਼ ਬਿਨਾਂ ਥੰਮਾਂ ਤੋਂ ਖੜਿਆ ਹੈ, ਕਿਹਦੇ ਆਸਰੇ ਤੇ ਖੜਿਆ? ਨਿੱਕੀ ਤੋਂ ਨਿੱਕੀ ਚੀਜ਼ ਸੂਈ ਵੀ ਬਿਨਾਂ ਸਹਾਰੇ ਤੋਂ ਖੜੀ ਨਹੀਂ ਕੀਤੀ ਜਾ ਸਕਦੀ। ਏਡਾ ਵੱਡਾ ਆਕਾਸ਼ ਕਿਹਦੇ ਆਸਰੇ ਤੇ ਖੜਿਆ? ਪੰਡਿਤ ਵੀਰ ਕੁਝ ਵਿਚਾਰ ਤਾਂ ਕਰ। ਤੂੰ ਕਿਰਤ ਦੀ ਪੂਜਾ ਵਿੱਚ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ, ਆਪ ਵੀ ਉਲਝਿਆ ਹੈ। ਕਰਤੇ ਨਾਲ ਕਦੇ ਸਾਂਝ ਪਾਉਣ ਦੀ ਕੋਸ਼ਿਸ਼ ਤਾਂ ਕਰ। ਇਹ ਤੇ ਵੇਖ, ਜਦੋਂ ਇਹ ਤੇਰੇ ਮਨ ਅੰਦਰ ਵਿਚਾਰ ਚੱਲਣਗੇ ਨਾ ਵੀ ਏਡੇ ਵੱਡੇ ਆਕਾਸ਼ ਨੂੰ ਕਿੰਨੇ ਰੋਕਿਆ ਹੈ, ਇਹ ਏਡਾ ਵੱਡਾ ਸਮੁੰਦਰ ਹੈ, ਉਹਦੇ ਵਿੱਚ ਧਰਤੀ ਇੱਕ ਹਿੱਸਾ ਤੈਰਦੀ ਪਈ ਹੈ, ਜਿੱਥੇ ਅਸੀਂ ਜੀਵਨ ਯਾਪਨ ਕਰ ਰਹੇ ਹਾਂ, ਉਹ ਕਿਵੇਂ ਤੈਰਦੀ ਪਈ, ਡੁੱਬਦੀ ਕਿਉਂ ਨਹੀਂ? ਫਿਰ ਕਹਿੰਦੇ ਨੇ ਚੰਦ ਸੂਰਜ ਕਰੇ ਉਜਿਆਰਾ, ਇਹ ਚੰਦਰਮਾ ਜਿਹਦੀ ਮੈਂ ਪੂਜਾ ਕਰਦਾ ਵਾਂ ਅਮਾਵਸਿਆ ਦੀ ਰਾਤ ਵਾਲੇ ਦਿਨ, ਤੇ ਮੈਂ ਸੂਰਜ ਦੀ ਪੂਜਾ ਕਰਦਾ, ਸਵੇਰੇ ਪਾਣੀ ਦੇਣਾ ਵਾਂ। ਪੰਡਿਤ ਵੀਰ ਤੂੰ ਇਹਨਾਂ ਦੀ ਪੂਜਾ ਤਾਂ ਕਰ ਰਿਹਾ ਹੈ, ਸੂਰਜ ਚੰਦਰਮਾ ਕਰੇ ਉਜਾਰਾ, ਸਭੇ ਪਸਰਿਆ ਬ੍ਰਹਮ ਪਸਾਰਾ, ਪਰ ਇਹਨਾਂ ਦੇ ਪਿੱਛੇ ਜਿਹੜੀ ਜੋਤ ਹੈ ਉਹ ਨਹੀਂ ਤੂੰ ਵੇਖਦਾ ਪਿਆ। ਉਸ ਕਰਤੇ ਦੇ ਨਾਲ ਨਹੀਂ ਤੂੰ ਜੁੜਿਆ, ਨਾ ਲੋਕਾਂ ਨੂੰ ਜੋੜਨ ਦਾ ਯਤਨ ਕਰ ਰਿਹਾ। ਫਿਰ ਕਹਿੰਦੇ ਨੇ ਕਹੋ ਕਬੀਰ ਜਾਣੇਗਾ ਸੋਏ ਹਿਰਦੈ, ਰਾਮ ਮੁਖ ਰਾਮੇ ਹੋਏ। ਉਹ ਜਾਣ ਸਕੇਗਾ ਇਸ ਹਕੀਕਤ ਨੂੰ, ਇਸ ਗਿਆਨ ਨੂੰ ਉਹ ਸਮਝ ਸਕੇਗਾ ਜਿਹਦੇ ਹਿਰਦੇ ਵਿੱਚ ਮਾਲਕ ਦਾ ਨਾਮ ਵਸ ਗਿਆ, ਗੁਰੂ ਦਾ ਗਿਆਨ ਵਸ ਗਿਆ। ਦੂਜਾ ਨਹੀਂ, ਦੂਜਾ ਤੇ ਭਰਮਾਂ ਦੇ ਵਿੱਚ ਪਏਗਾ। ਤੇ ਇੱਥੇ ਗੁਰੂ ਜੀ ਕਹਿ ਰਹੇ ਨੇ ਕਰਨੇ ਹਾਰਾ ਬੂਝੋ ਰੇ, ਸਤਿਗੁਰੂ ਮਿਲੇ ਤਾਂ ਸੂਝੇ ਰੇ। ਸਿਰਜਣਹਾਰ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ, ਉਹਦੇ ਨਾਲ ਸਾਂਝ ਪਾ, ਉਹਦੇ ਨਾਲ ਜ਼ਿੰਦਗੀ ਦਾ ਨਾਤਾ ਜੋੜ, ਉਹਨੂੰ ਆਪਣੇ ਅੰਦਰੋਂ ਬੁੱਝ, ਖੋਜ ਉਹਨੂੰ ਆਪਣੇ ਅੰਦਰੋਂ। ਪਰ ਉਹਨੂੰ ਖੋਜਿਆ ਤਾਂ ਜਾਏਗਾ, ਉਹਨੂੰ ਸਮਝਿਆ, ਉਹਦੇ ਨਾਲ ਜੁੜਿਆ ਤਾਂ ਜਾਏਗਾ, ਉਹਦੀ ਸੋਝੀ ਤਾਂ ਹੋਣੀ ਹੈ। ਸਤਿਗੁਰ ਮਿਲੇ ਤਾਂ ਸੂਝੇ ਰੇ, ਸਤਿਗੁਰ ਮਿਲ ਪਏਗਾ। ਫਿਰ ਅੱਗੇ ਕਹਿੰਦੇ ਓੰਕਾਰ ਉਤਪਾਤੀ, ਉਸ ਓੰਕਾਰ ਉਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ। ਕੀਆ ਦਿਨਸ ਸਭ ਰਾਤੀ,
ਦਿਨ ਰਾਤ ਉਸ ਪਰਮਾਤਮਾ ਨੇ ਬਣਾਏ ਨੇ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਸਾਡੀ ਕੰਮ ਕਾਜ ਕਰਨ ਵਾਸਤੇ ਬਣਾਇਆ, ਰਾਤ ਉਸ ਮਾਲਕ ਨੇ ਆਰਾਮ ਕਰਨ ਵਾਸਤੇ, ਸੌਣ ਵਾਸਤੇ ਬਣਾਈ ਹੈ। ਜੇ ਉਹ ਰਾਤ ਨਾ ਬਣਾਉਂਦਾ, ਦਿਨ ਹੀ ਬਣਾਈ ਰੱਖਦਾ, ਤੇ ਬੇਚੈਨੀ ਜੀ ਨਹੀਂ ਹੋਣੀ ਸੀ ਸਾਡੇ ਜੀਵਨ ਵਿੱਚ। ਜਾਂ ਜੇ ਉਹ ਦਿਨ ਬਣਾਉਂਦਾ ਹੀ ਨਾ, ਖਾਲੀ ਰਾਤ ਹੀ 24 ਘੰਟੇ ਰਹਿੰਦੀ, ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਣਾ ਸੀ ਆਪਣਾ? ਬੜਾ ਔਖਾ ਹੋਣਾ ਹੈ ਨਾ ਜੀਵਨ ਕੱਟਣਾ। ਫਿਰ ਤੇ ਠੰਡ ਹੀ ਠੰਡ ਰਹਿੰਦੀ, ਫਿਰ ਠੰਡਾ ਹੀ ਮੌਸਮ ਰਹਿੰਦਾ। ਫਿਰ ਤੇ ਤਪਸ਼ ਵੀ ਚਾਹੀਦੀ ਹੈ ਵਨਸਪਤੀ ਨੂੰ, ਖੇਤੀ ਨੂੰ ਵੀ ਤਪਸ਼ ਪ੍ਰਕਾਸ਼ ਚਾਹੀਦਾ ਹੈ। ਕੁਝ ਪੌਦੇ ਐਸੇ ਨੇ ਜਿਹੜੇ ਰੌਸ਼ਨੀ ਦੇ ਵਿੱਚ ਹੀ ਪਨਪਦੇ ਨੇ, ਰੌਸ਼ਨੀ ਦੇ ਵਿੱਚ, ਪ੍ਰਕਾਸ਼ ਦੇ ਵਿੱਚ ਹੀ ਉਹ ਫਲਦੇ ਫੁੱਲਦੇ ਨੇ। ਮਾਲਕ ਦੀ ਬੜੀ ਦਇਆ, ਉਹਨੇ ਦਿਨ ਵੀ ਬਣਾਇਆ ਤੇ ਰਾਤ ਵੀ ਬਣਾਈ। ਕੀਆ ਦਿਨਸ ਸਭ ਰਾਤੀ, ਵਣ ਤ੍ਰਿਣ ਤੇਰੇ ਭਵਨ ਪਾਣੀ। ਸਮੁੱਚੀ ਉਹਨੇ ਘਾਹ, ਜੰਗਲ, ਵਨਸਪਤੀ ਤੇ ਪਾਣੀ, ਇਹ ਚੀਜ਼ਾਂ ਬਣਾਈਆਂ। ਚਾਰੇ ਵੇਦ ਚਾਰੇ ਖਾਣੀ, ਕਹਿੰਦੇ ਚਾਰੇ ਵੇਦ ਚਾਰੇ ਖਾਣੀਆਂ ਵੀ ਉਸੇ ਤੋਂ ਬਣੀਆਂ ਨੇ। ਉਹੀ ਬਣਾਉਣ ਵਾਲਾ ਹੈ। ਹਾਂ, ਜੇ ਕਿਸੇ ਰਿਸ਼ੀ ਨੇ ਵੇਦ ਲਿਖੇ ਹੋਣਗੇ ਤੇ ਉਹਦੇ ਅੰਦਰ ਬੁੱਧੀ ਰੂਪ ਹੋ ਕੇ, ਇਹ ਅਕਲ ਰੂਪ ਹੋ ਕੇ ਤਾਕਤ ਉਹ ਨਹੀਂ ਦਿੱਤੀ ਨਾ ਲਿਖਣ ਦੀ। ਬਿਨਾਂ ਉਹਦੀ ਬਖਸ਼ਿਸ਼ ਕੀਤੀ ਹੋਈ ਬੁੱਧੀ ਤੋਂ ਨਾ ਪੜ੍ਹਾਈ ਹੁੰਦੀ ਜੇ, ਨਾ ਕੋਈ ਡਿਗਰੀ ਹਾਸਲ ਹੁੰਦੀ ਜੇ। ਇਹ ਗੱਲ ਵੱਖਰੀ ਹੈ ਕਿ ਆਪਣੀ ਮਿਹਨਤ ਹੈ, ਪਰ ਮਿਹਨਤ ਬਿਨਾਂ ਬੁੱਧੀ, ਬਿਨਾਂ ਦਿਮਾਗ ਤੋਂ ਸਫਲ ਨਹੀਂ ਹੋ ਸਕਦਾ ਬੰਦਾ। ਉਹਦੀ ਦਿੱਤੀ ਹੋਈ ਬੁੱਧੀ, ਉਹਦੀ ਦਿੱਤੀ ਹੋਈ ਅਕਲ ਹੀ ਮਨੁੱਖ ਬੁਲੰਦੀਆਂ ਨੂੰ ਛੂਹ ਪਾਉਂਦਾ, ਉਹਦਾ ਇਸਤੇਮਾਲ ਕਰਕੇ। ਜੇ ਅਕਲ ਹੀ ਨਾ ਹੋਵੇ, ਬੁੱਧੀ ਨਾ ਹੋਵੇ, ਜਿੰਨਾ ਮਰਜ਼ੀ ਮਿਹਨਤ ਕਰੀ ਜਾਏ ਬੰਦਾ। ਫਿਰ ਕਹਿੰਦੇ ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਹਾ। ਇਹ ਖੰਡ, ਇਹ ਦੀਪ ਤੇ ਲੋ ਸਭ ਉਹਦੇ ਬਣੇ ਹੋਏ ਨੇ। ਏਕ ਕਵਾਵੇ ਤੇ ਸਭ ਹੋਵਾ। ਫਿਰ ਕਹਿੰਦੇ ਨੇ ਇੱਕੋ ਹੁਕਮ ਤੋਂ, ਇੱਕੋ ਬੋਲ ਤੋਂ ਇੰਨਾ ਵੱਡਾ ਪਸਾਰਾ ਕਰ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਫਿਰ ਕਹਿੰਦੇ ਤ੍ਰੈ ਗੁਣ ਕੀਆ ਪਸਾਰਾ, ਮਾਇਆ ਦੀ ਤਿੰਨਾਂ ਗੁਣਾਂ ਦਾ ਪਸਾਰਾ ਮਾਲਕ ਨੇ ਸੰਸਾਰ ਕਰ ਦਿੱਤਾ। ਨਰਕ ਸੁਰਗ ਅਵਤਾਰਾ, ਉਹਦੇ ਚਰਨਾਂ ਨਾਲੋਂ ਟੁੱਟ ਕੇ ਕੁਝ ਜੀਵ ਨਰਕੀ ਜੀਵਨ ਭੋਗਦੇ ਨੇ, ਵਿਕਾਰੀ ਜੀਵਨ ਭੋਗਦੇ ਨੇ। ਕੁਝ ਉਹਦੇ ਚਰਨਾਂ ਨਾਲ ਸਾਂਝ ਪਾ ਕੇ, ਉਹਦੇ ਨਾਮ ਨਾਲ, ਗੁਣਾਂ ਨਾਲ ਸਾਂਝ ਪਾ ਕੇ ਬੜਾ ਸੋਹਣਾ ਜੀਵਨ ਬਤੀਤ ਕਰਦੇ ਨੇ। ਸਵੈਂ ਦਾ ਉਹਨਾਂ ਕੋਲ ਸੁੱਖ ਹੈ, ਪਵਿੱਤਰ ਜੀਵਨ ਹੈ, ਉਹ ਸਵਰਗੀ ਜੀਵਨ ਬਤੀਤ ਕਰ ਰਹੇ ਨੇ। ਨਰਕ ਸੁਰਗ ਅਵਤਾਰਾ। ਫਿਰ ਕਹਿੰਦੇ ਹਉਮੈ ਆਵਹਿ ਜਾਈ, ਮਨ ਟਿਕਣ ਨਾ ਪਾਵੈ ਰਾਈ। ਕਹਿੰਦੇ ਨੇ ਉਹਦੀ ਹੀ ਰਜਾ ਵਿੱਚ ਕੁਝ ਜੀਵ ਹਉਮੈ ਵਸ ਹੋ ਕੇ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਨੇ। ਹਉਮੈ ਦੇ ਕਾਰਨ ਮਨ ਜਿਹੜਾ ਹੈ ਉਹ ਟਿਕਿਆ ਨਹੀਂ ਰਹਿੰਦਾ, ਭਟਕਦਾ ਰਹਿੰਦਾ ਹੈ। ਕੋਈ ਵੀ ਵਿਕਾਰ ਹੈ, ਜੇ ਉਹਦਾ ਪ੍ਰਭਾਵ ਮਨ ਦੇ ਉੱਤੇ ਹੈ ਤੇ ਮਨ ਨੂੰ ਟਿਕਣ ਨਹੀਂ ਦੇਵੇਗਾ, ਮਨ ਭਟਕੇਗਾ। ਵਿਕਾਰਾਂ ਨੂੰ ਵਸ ਵਿੱਚ ਕਰਨ ਤੋਂ ਬਗੈਰ ਮਨ ਵਸ ਵਿੱਚ ਆ ਹੀ ਨਹੀਂ ਸਕਦਾ। ਫਿਰ ਕਹਿੰਦੇ ਬਾਜ ਗੁਰੂ ਗੁਬਾਰਾ, ਮਿਲ ਸਤਿਗੁਰ ਨਿਸਤਾਰਾ। ਗੁਰੂ ਨਾਲ ਜੁੜਨ ਤੋਂ ਬਗੈਰ ਜੀਵਨ ਵਿੱਚ ਅੰਧਕਾਰ ਹੈ, ਅੰਧੇਰਾ ਹੈ, ਜੀਵਨ ਦੀ ਸੋਝੀ ਨਹੀਂ। ਗੁਰੂ ਨੂੰ ਮਿਲ ਕੇ ਹੀ ਭਵਜਲ ਸਾਗਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਵਿਕਾਰਾਂ ਦੇ ਬੰਧਨ ਕੱਟੇ ਜਾ ਸਕਦੇ ਨੇ, ਆਪਣੇ ਅਸਲੇ ਨਾਲ ਜੁੜਿਆ ਜਾ ਸਕਦਾ ਹੈ ਗੁਰੂ ਨਾਲ ਜੁੜ ਕੇ। ਗੁਰੂ ਹੀ ਕਹਿੰਦਾ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਈ ਏਕੋ। ਗੁਰੂ ਹੀ ਕਹਿੰਦਾ ਹੈ ਗੋਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਗੁਰੂ ਦੂਜੇ ਬੰਦੇ ਸੱਜੇ ਖੱਬੇ ਨਹੀਂ ਜਾਣ ਦਿੰਦਾ, ਕੇਵਲ ਇੱਕੋ ਮਾਲਕ ਦੇ ਚਰਨਾਂ ਨਾਲ ਜੋੜਦਾ। ਫਿਰ ਅੱਗੇ ਕਹਿੰਦੇ ਹਉ ਹਉ ਕਰਮ ਕਮਾਣੇ, ਰਸਮੀ ਤੌਰ ਤੇ ਕੀਤੇ ਹੋਏ ਰੱਬ ਨੂੰ ਖੁਸ਼ ਕਰਨ ਲਈ ਧਰਮ ਦੇ ਕਰਮ, ਉਹਨਾਂ ਨੂੰ ਕੀਤਿਆਂ ਮਨੁੱਖ ਦੇ ਅੰਦਰ ਹਉਮੈ ਜ਼ਰੂਰ ਆ ਜਾਂਦੀ, ਪਰ ਰੱਬ ਦੀ ਨੇੜਤਾ ਨਸੀਬ ਨਹੀਂ ਹੁੰਦੀ। ਪਾਠ ਪੜ੍ਹਿਓ ਅਰ ਬੀਦ ਵਿਚਾਰਿਓ, ਨਿਵਲ ਭੁਵੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕੇ, ਅਦਕ ਅੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ,
ਹਾਰ ਪਰਿਉ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਮੈਂ ਆਪਣੇ ਆਪ ਤਾਂ ਕਰਮ ਕਰਕੇ ਵੇਖ ਲੈ, ਪਰ ਹਉਮੈ ਹੀ ਮੇਰੇ ਅੰਦਰ ਇੰਨੇ ਹੀ ਆਪਣਾ ਵਾਸਾ ਕਰੀ ਰੱਖਿਆ। ਹਉਮੈ ਵੱਧ ਗਈ, ਇੰਨੇ ਪਾਠ ਕੀਤੇ, ਇੰਨੇ ਮੈਂ ਸਾਧਨਾਵਾਂ ਕੀਤੀਆਂ, ਸਰੀਰ ਨੂੰ ਕਸ਼ਟ ਦੇ ਕੇ ਨਿਉਲੀ ਕਰਮ ਸਾਧੇ, ਪਰ ਪੰਜਾਂ ਤੋਂ ਸੰਗ ਨਾ ਛੁੱਟ ਸਕਿਆ। ਤੇਰੀ ਨੇੜਤਾ ਨਸੀਬ ਨਾ ਹੋ ਸਕੀ, ਕਿਉਂਕਿ ਹਉਮੈ ਆ ਗਈ ਵੀ ਮੈਂ ਇੰਨਾ ਧਰਮੀ ਆ, ਹੱਠ ਧਰਮੀ ਆ, ਇੰਨਾ ਕਰਮੀ ਆ। ਮੈਂ ਕਹਿੰਦੇ ਨੇ ਵਿਵੇਕਤਾ ਵਾਲਾ ਗਿਆਨ ਬੁੱਧ ਉਹ ਦੇ, ਤਾਂ ਕਿ ਹਉਮੈ ਤੋਂ ਪਾਰ ਪਾ ਸਕਾਂ, ਤੇਰੇ ਵਿੱਚ ਅਭੇਦ ਹੋ ਸਕਾਂ। ਅੱਗੇ ਕਹਿੰਦੇ ਹਉ ਹਉ ਕਰਮ ਕਮਾਣੇ, ਤੇਤੇ ਬੰਦ ਗਲਾਣੇ। ਕਹਿੰਦੇ ਨੇ ਇਹ ਬੰਧਨ ਨੇ, ਜਿਤਨੇ ਵੀ ਕਰਮ ਨੇ ਹਉਮੈ ਵਸ ਅਗਰ ਬੰਦੇ ਨੇ ਕੀਤੇ ਨੇ, ਬੰਦੇ ਦੇ ਗਲ ਵਿੱਚ ਫਾਹੀਆਂ ਬਣ ਗਏ। ਸਗੋਂ ਕਰਮ ਤਾਂ ਕਰਨਾ ਸੀ ਕਿ ਨਿਸਤਾਰਾ ਹੋ ਜਾਂਦਾ, ਮੁਕਤ ਹੋ ਜਾਂਦਾ, ਪਰ ਹਉਮੈ ਕਰ ਬੈਠਾ। ਇਹਨਾਂ ਕਰਮਾਂ ਦੇ ਨਾਲ ਜੁੜ ਕੇ ਇਹ ਉਹਦੇ ਗਲੇ ਦੀ ਫਾਸ ਬਣ ਗਏ। ਕਹਿੰਦੇ ਮੇਰੀ ਮੇਰੀ ਧਾਰੀ ਉਹਾ ਪੈਰ ਲੋਹਾਰੀ। ਫਿਰ ਦੂਜਾ ਮਾਇਆ ਦੀ ਮੈਂ ਮੇਰੀ ਮਮਤਾ, ਆ ਜ਼ਮੀਨ ਮੇਰੀ, ਆ ਪਦਵੀ ਮੇਰੀ, ਆ ਧਨ ਮੇਰਾ, ਆ ਦੌਲਤ ਮੇਰੀ, ਇਹ ਮੈਂ ਇਹ ਮਮਤਾ ਹਰ ਵਕਤ ਹਿਰਦੇ ਵਿੱਚ ਬਣੀ ਰਹਿਣੀ। ਕਹਿੰਦੇ ਨੇ ਇਹ ਵੀ ਇੱਕ ਬੜੀਆਂ ਪੱਕੀਆਂ ਬੇੜੀਆਂ ਨੇ ਜੋ ਰੱਬ ਵਾਲੇ ਪਾਸੇ ਜਾਣ ਤੋਂ ਰੋਕਦੀਆਂ ਨੇ ਬੰਦੇ ਨੂੰ। ਲੋਭ ਤ੍ਰਿਸ਼ਨਾ ਆਦਿਕ ਇਹਨਾਂ ਚੀਜ਼ਾਂ ਵਿੱਚ ਫਸਾ ਦਿੰਦੀਆਂ ਨੇ। ਮੇਰੀ ਮੇਰੀ ਧਾਰੀ ਉਹਾ ਪੈਰ ਲੋਹਾਰੀ, ਲੋਹੇ ਦੀਆਂ ਬੇੜੀਆਂ ਨੇ। ਸੋ ਗੁਰ ਮਿਲ ਏਕ ਪਛਾਣੈ, ਜਿਸ ਹੋਵੇ ਭਾਗ ਮਥਾਣੇ। ਕਹਿੰਦੇ ਨੇ ਗੁਰੂ ਵੱਡੇ ਭਾਗਾਂ ਨਾਲ ਜਿਸ ਨੂੰ ਮਿਲ ਜਾਏ, ਉਹ ਗੁਰੂ ਨਾਲ ਜੁੜ ਕੇ ਇੱਕ ਪ੍ਰਭੂ ਨੂੰ ਆਪਣੇ ਅੰਦਰੋਂ ਪਛਾਣ ਲੈਂਦਾ ਹੈ, ਉਹਦੇ ਨਾਲ ਸਾਂਝ ਪਾ ਲੈਂਦਾ, ਅੰਦਰ ਵਸਦੇ ਨਾਲ ਜੁੜ ਜਾਂਦਾ ਹੈ। ਫਿਰ ਕਹਿੰਦੇ ਸੋ ਮਿਲਿਆ ਜੇ ਹਰ ਮਨ ਭਾਇਆ। ਕਹਿੰਦੇ ਨੇ ਜਿਹੜਾ ਪ੍ਰਭੂ ਨੂੰ ਭਾ ਜਾਂਦਾ ਹੈ ਉਹ ਮਿਲ ਪੈਂਦਾ ਹੈ। ਜਿਹੜਾ ਪ੍ਰਭੂ ਨੂੰ ਮਿਲਣ ਦੀ ਚਾਹਤ ਰੱਖ ਕੇ ਤਨੋਂ ਮਨੋਂ ਉਹਦਾ ਸਿਮਰਨ ਕਰਦਾ ਹੈ, ਉਹਦੀ ਬੰਦਗੀ ਕਰਦਾ ਹੈ, ਉਹ ਭਾ ਜਾਂਦਾ ਤੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜਾ ਵਿਖਾਵਾ ਕਰਦਾ ਹੈ, ਧਰਮ ਦਾ ਆਸਰਾ ਲੈ ਕੇ ਲੋਕਾਂ ਨੂੰ ਲੁੱਟਣ ਦਾ ਪਖੰਡ ਕਰਦਾ ਹੈ, ਉਹ ਨਹੀਂ ਉਹਦੇ ਵਿੱਚ ਅਭੇਦ ਹੋ ਪਾਉਂਦਾ। ਜਿਹੜਾ ਉਹਨੂੰ ਮਿਲਣ ਦੀ ਖਵਾਇਸ਼ ਰੱਖ ਕੇ ਧਰਮ ਨਾਲ ਜੁੜਿਆ ਹੈ, ਨਾਮ ਨਾਲ ਜੁੜਿਆ ਹੈ, ਉਹਨੂੰ ਭਾ ਜਾਂਦਾ ਹੈ, ਉਹਨੂੰ ਸਮਰਪਿਤ ਹੋ ਕੇ ਜ਼ਿੰਦਗੀ ਜਿਉਂਦਾ ਹੈ, ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਸੋ ਮਿਲਿਆ ਜੇ ਹਰ ਮਨ ਭਾਇਆ, ਸੋ ਭੂਲਾ ਜੇ ਪ੍ਰਭੂ ਭੁਲਾਇਆ। ਕਹਿੰਦੇ ਨੇ ਬੰਦਾ ਜਿਹੜਾ ਉਹ ਮਾਰਗ ਤੇ ਪਿਆ ਹੋਇਆ ਹੈ, ਵਿਕਾਰਾਂ ਦੇ ਮਾਰਗ ਤੇ ਤੁਰਿਆ ਹੋਇਆ ਹੈ, ਰੱਬ ਵੱਲੋਂ ਹੀ ਭੁੱਲਿਆ ਹੈ, ਕਿਉਂਕਿ ਰੱਬ ਨੂੰ ਜਾਣਦਾ ਹੀ ਨਹੀਂ। ਰੱਬ ਦੀ ਵੀ ਰਜ਼ਾ ਵੀ ਤੂੰ ਇਸੇ ਰਸਤੇ ਤੇ ਤੁਰਿਆ ਰਹਿ, ਕਿਉਂਕਿ ਜਿੰਨਾ ਚਿਰ ਤੂੰ ਗੁਰੂ ਨਾਲ ਜੁੜ ਕੇ ਤੂੰ ਰੱਬੀ ਗੁਣਾਂ ਨਾਲ ਸਾਂਝ ਨਹੀਂ ਪਾਏਂਗਾ, ਤੂੰ ਸਿੱਧੇ ਰਸਤੇ ਤੇ ਤੋਰ ਹੀ ਨਹੀਂ ਸਕੇਂਗਾ। ਰੱਬ ਵੱਲੋਂ ਹੀ ਉਹ ਭੁਲਾਇਆ ਹੋਇਆ ਹੈ। ਸੋ ਭੂਲਾ ਜੇ ਪ੍ਰਭੂ ਭੁਲਾਇਆ, ਨਾ ਆਪੋ ਮੂਰਖ ਗਿਆਨੀ, ਜੇ ਕਰਾਵੇ ਸੋ ਨਾਮਕ ਵਖਾਨੀ। ਕਹਿੰਦੇ ਨੇ ਜਿਵੇਂ ਜਿਵੇਂ ਦੀ ਕਿਰਤ ਮਾਲਕ ਕਰਾਉਂਦਾ ਹੈ, ਉਵੇਂ ਉਵੇਂ ਦਾ ਕਿਸੇ ਦਾ ਨਾਮ ਪੈ ਜਾਂਦਾ ਹੈ। ਨਾ ਕੋਈ ਮੂਰਖ ਹੈ ਤੇ ਨਾ ਕੋਈ ਗਿਆਨੀ ਹੈ, ਸਭ ਉਹਦੀ ਰਜ਼ਾ ਵਿੱਚ ਹੀ ਕੋਈ ਸਿਆਣਾ ਬਣਿਆ ਫਿਰਦਾ, ਕੋਈ ਮੂਰਖ ਬਣਿਆ ਫਿਰਦਾ। ਤੇਰਾ ਅੰਤ ਨਾ ਪਾਰਾ, ਕਿਉਂਕਿ ਉਹ ਸਿਰਜਣਹਾਰ ਹੈ ਨਾ, ਉਹ ਕਰਤਾ ਹੈ ਨਾ, ਸਾਰਾ ਕੁਝ ਕਰਨ ਯੋਗ ਹੈ, ਸਭ ਕੁਝ ਕਰ ਸਕਦਾ ਹੈ, ਮਾਲਕ ਹੈ ਉਹ। ਕਹਿੰਦੇ ਤੇਰਾ ਅੰਤ ਨਾ ਪਾਰਾ ਵਾਰਾ, ਜਲ ਨਾਨਕ ਸਦ ਬਲਿਹਾਰਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰਾ ਪਾਰਲਾ ਬੰਨਾ ਵੀ ਨਹੀਂ ਲੱਭਿਆ ਜਾ ਸਕਦਾ। ਨਾਨਕ ਦਾਸ ਤੇਰੇ ਤੋਂ ਸਦਕੇ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਤੇਰਾ ਅੰਤ ਨਾ ਪਾਰਾ ਵਾਰਾ, ਜਨ ਨਾਨਕ ਸਦ ਬਲਿਹਾਰਾ। ਸੋ ਐਸੇ ਮਾਲਕ ਤੋਂ ਸਦਕੇ ਜਾਈਏ, ਉਸ ਸਿਰਜਣਹਾਰ, ਉਸ ਕਰਤੇ ਮਾਲਕ ਨਾਲ ਜੁੜੀਏ, ਤਾਂ ਕਿ ਜੀਵਨ ਸਫਲ ਹੋ ਸਕੇ, ਵਿਕਾਰਾਂ ਦੀਆਂ ਫਾਹੀਆਂ ਕੱਟੀਆਂ ਜਾ ਸਕਣ ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।